दोस्तों लाइव ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਇਸ ਵਾਸਤੇ। ਸੋ ਜਿਹੜੀ ਇੰਪੋਰਟੈਂਟ ਗੱਲ ਆ, ਇਹਨਾਂ ਨੇ ਆਪਣਾ ਜਿਹੜੇ ਚੈਨਲਾਂ ਦਾ ਪ੍ਰਸਾਰ ਆ ਉਹ ਸ਼ੁਰੂ ਕਰ ਦਿੱਤਾ। ਆਪਣੇ ਚੈਨਲ ਇਹਦੇ ਪੀਟੀਸੀ ਤੋਂ ਕਿੰਨੇ ਹੀ ਬਣ ਗਏ, ਪੀਟੀਸੀ ਮਿਊਜ਼ਿਕ ਅਲੱਗ ਬਣ ਗਿਆ, ਪੀਟੀਸੀ ਚੱਕ ਦੇ ਅਲੱਗ ਬਣ ਗਿਆ, ਤੇ ਬਾਅਦ ਦੇ ਵਿੱਚ ਅਖੀਰ ਤੇ ਜਾ ਕੇ ਪੀਟੀਸੀ ਸਿਮਰਨ ਚੈਨਲ ਬਣਿਆ। ਜਦੋਂ 2017 ਤੱਕ ਇਹਨਾਂ ਦੀ ਸੱਤਾ ਰਹੀ ਆ, ਜਿਹੜੇ ਇਹਨਾਂ ਦੇ ਕਾਲੇ ਕਾਰਨਾਮੇ ਸੀ, ਤੁਸੀਂ ਅੱਜ ਇਹਨਾਂ ਨੂੰ ਪੰਥਕ ਦੇ ਹਿੱਤਾਂ ਦੀ ਗੱਲ SGPC ਕਰ ਰਹੀ ਆ। ਸਭ ਨੂੰ ਪਤਾ ਹੀ ਆ ਵੀ SGPC ਬਾਦਲ ਦਲ ਤੋਂ ਹੀ ਚੱਲਦੀ ਆ, ਕੋਈ ਆਪਣੀ ਤਾਂ ਉਹਨਾਂ ਦੀ ਅਥਾਰਟੀ ਹੈ ਹੀ ਨਹੀਂ। ਚੰਗੀ ਜਿਹੜੀ ਮਤਲਬ ਮੈਂ ਗੱਲ ਕਰ ਰਿਹਾ ਵੀ ਜਿਹੜੇ ਪੰਥਕ ਪ੍ਰਚਾਰ ਨੇ, ਪੰਥਕ ਚੈਨਲ ਨੇ, ਜਿਹੜੇ ਛੋਟੇ ਮੋਟੇ ਚੈਨਲ ਨੇ YouTube ਉੱਪਰ ਚੱਲ ਰਹੇ ਨੇ, ਉਹ ਸਾਰੇ ਹੁਣ ਇਹਨਾਂ ਦੀ ਇਸ ਗੱਲ ਨੂੰ ਲੈ ਕੇ ਥੋੜ੍ਹਾ ਜਿਹਾ ਜ਼ਿਆਦਾ ਪੋਜ਼ੀਟਿਵ ਹੋਣਾ ਸ਼ੁਰੂ ਹੋ ਗਏ ਨੇ ਵੀ ਹਾਂ ਹੁਣ ਇਹ ਅੱਜ ਸਿੱਖੀ ਦੀ, ਸਿੰਘਾਂ ਦੀ, ਪੰਥ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ ਇਹਨਾਂ ਨੇ। ਸਾਨੂੰ ਵੀ ਚੰਗਾ ਲੱਗਦਾ, ਅਸੀਂ ਚੰਗੀ ਗੱਲ ਆ ਜੇ ਕੋਈ ਸਾਡਾ ਜੇ ਕੋਈ ਦੁਸ਼ਮਣ ਵੀ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ ਤਾਂ ਸਾਨੂੰ ਉਹਦੇ ਵਿੱਚ ਵੀ ਮਿੱਤਰ ਦੀ ਭਾਵਨਾ ਨਜ਼ਰ ਆਉਂਦੀ ਆ। ਇਸ ਤੋਂ ਕੋਈ ਦੋ ਰਾਏ ਨਹੀਂ ਹੈਗੀ। ਜਦੋਂ ਵੀ ਕੋਈ ਬੰਦੀ ਸਿੰਘਾਂ ਦੀ ਗੱਲ ਦੀ ਰਿਹਾਈ ਕਰਦਾ ਤਾਂ ਅਸੀਂ ਉਹਨਾਂ ਦੇ ਨਾਲ ਆ। ਪਰ ਹੁਣ ਜਿਹੜੀ ਪੰਥ ਨੂੰ ਚਾਹੀਦਾ, ਕਿਉਂਕਿ ਉੱਥੇ ਸਿਮਰਨਜੀਤ ਮਾਨ ਤੇ ਇਸ ਤੋਂ ਇਲਾਵਾ ਸਰਨਾ ਗਰੁੱਪ ਜਿਹੜਾ ਦਿੱਲੀ ਦਾ ਗਰੁੱਪ ਹੈ, ਕਈ ਤਰ੍ਹਾਂ ਦੇ ਗਰੁੱਪ ਨੇ ਜਿਹੜੇ ਉਹ ਇਕੱਠੇ ਹੋਏ ਨੇ ਤੇ ਸਾਰੇ ਤਕਰੀਬਨ ਕਹਿ ਲਓ ਵੀ ਅੱਜ ਅਕਾਲੀ ਦਲ ਦੀ, ਕੋਈ ਵੀ ਅਕਾਲੀ ਦਲ ਹੈ, ਚਾਹੇ ਉਹ ਬਾਦਲ ਹੈ, ਮਾਨ ਹੈ, ਸਾਰੇ ਇੱਕ ਥਾਂ 'ਤੇ ਇਕੱਠੇ ਹੋ ਕੇ ਬਹਿ ਗਏ ਤੇ ਉਹਨਾਂ ਨੇ ਅੱਜ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਗੱਲ ਕੀਤੀ ਹੈ ਜਿਹੜੀ, ਸੋ ਸਭ ਦੇ ਸਾਹਮਣੇ ਆ। ਇਹਨਾਂ ਨੇ ਆਪਣੇ ਕਾਰਜਕਾਲ ਵਿੱਚ ਨਾ ਤਾਂ ਕੋਈ ਪੰਥਕ ਹਿੱਤਾਂ ਦੀ ਗੱਲ ਕਰੀ ਹੈ, ਦੂਸਰੀ ਗੱਲ ਨਾ ਇਹਨਾਂ ਨੇ ਕੋਈ ਪੰਥ ਨੂੰ ਲੈ ਕੇ ਕੋਈ ਇਹੋ ਜਿਹਾ ਪਲੇਟਫਾਰਮ ਦਿੱਤਾ ਜਿਹਦੇ ਉੱਪਰ ਅਸੀਂ ਨੈਸ਼ਨਲ ਲੈਵਲ 'ਤੇ ਆਪਦੇ ਪੰਥ ਦੀ ਗੱਲ ਕਰ ਸਕੀਏ। ਬਾਦਲ ਨੇ ਸਿਰਫ ਆਪਣਾ ਬਿਜ਼ਨਸ ਸੈੱਟ ਕਰਨ 'ਤੇ ਧਿਆਨ ਦਿੱਤਾ। ਜੇ ਇਹਨਾਂ ਦੇ ਵਿੱਚ ਪੰਥਕ ਹਿੱਤ ਹੁੰਦਾ ਥੋੜ੍ਹਾ ਮੋਟਾ ਤਾਂ ਇਹ ਸਭ ਤੋਂ ਪਹਿਲਾਂ ਕੋਈ ਨਾ ਕੋਈ ਨੈਸ਼ਨਲ ਲੈਵਲ ਦਾ ਚੈਨਲ ਕ੍ਰੀਏਟ ਕਰਦੇ ਜਿਹੜਾ ਚੈਨਲ ਪੰਥਕ ਹਿੱਤਾਂ ਦੀ ਗੱਲ ਕਰਦਾ। ਪਰ ਇਹਨਾਂ ਨੇ ਉਲਟਾ ਕੀ ਕਰਿਆ, ਜਿਹੜੇ ਛੋਟੇ ਮੋਟੇ YouTube ਦੇ ਉੱਪਰ ਚੈਨਲ ਵੀ ਸੀ ਜੋ ਪੰਥਕ ਹਿੱਤਾਂ ਦੀ ਗੱਲ ਕਰਦੇ ਸੀ, ਜੋ ਬਾਦਲ ਦਾ ਕ੍ਰਿਟੀਸਾਈਜ਼ ਕਰਦੇ ਸੀ। ਦੇਖੋ, ਕ੍ਰਿਟੀਸਾਈਜ਼ ਹਰ ਇੱਕ ਸਰਕਾਰ ਦਾ ਹੁੰਦਾ ਤੇ ਹੋਣਾ ਵੀ ਚਾਹੀਦਾ, ਪਰ ਇਹਨਾਂ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰੀ। ਸੋ ਸਭ ਦੇ ਸਾਹਮਣੇ ਜਿਹੜੇ ਛੋਟੇ ਛੋਟੇ ਫੈਕਟ ਨੇ, ਇਹ ਗੱਲਾਂ ਅਸੀਂ ਇਗਨੋਰ ਕਰ ਦਿੰਦੇ ਹਾਂ। ਹੁਣ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਆ ਜਿਹਦੇ ਵਾਸਤੇ ਅੱਜ ਕਹਿ ਲਓ ਵੀ ਇੱਕ ਮੇਰਾ ਮਨ ਕਰਿਆ ਮੈਂ ਲਾਈਵ ਹੋਵਾਂ ਇਸ ਆਪਣੇ ਚੈਨਲ ਦੇ ਉੱਪਰ। ਅੱਜ ਬਾਦਲ ਪੰਥ ਦੀ ਸ਼ਰਨ ਦੇ ਵਿੱਚ ਆ ਕੇ ਬੈਠਾ ਹੈ। ਅੱਜ ਚੰਦੂ ਮਾਜਰਾ ਬੈਠਾ, ਉਹਦੇ ਨਾਲ ਕਈ ਹੋਰ ਵੱਡੇ ਲੀਡਰ ਜਿਹੜੇ ਆਗੂ ਅਕਾਲੀ ਦਲ ਦੇ ਰਹੇ ਨੇਗੇ ਉਹ ਬੈਠੇ ਨੇ। ਤਾਂ ਉੱਥੇ ਸਾਧੂ ਸੰਤ ਲੋਕ ਸੀਗੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਜਿਵੇਂ ਹੁਣ ਕਈ ਸੰਪਰਦਾਵਾਂ ਦੇ ਮੁਖੀ ਸੀ ਜਿਨ੍ਹਾਂ ਦਾ ਰਾਜਨੀਤੀ ਨਾਲ ਕੋਈ ਲਾਗਾ ਦੇਗਾ ਨਹੀਂ ਹੈਗਾ, ਜਿਹੜੇ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਨੇ। ਜਿਹੜੇ ਆਮ ਲੋਕ ਨੇ ਜਦੋਂ ਉਹ ਤਾਂ ਉਹਨਾਂ ਬਾਰੇ ਇਹੀ ਕਹਿੰਦੇ ਨੇ ਵੀ ਉਹ ਲੋਕ ਸੰਪਰਦਾਵਾਂ ਦੇ ਭਾਵੇਂ ਮੁਖੀ ਹੋਣ ਪਰ ਉਹ ਲੋਕ ਬਾਦਲ ਦੇ ਹੀ ਲਾਏ ਹੋਏ ਨੇ। ਚਲੋ ਉਹ ਗੱਲਾਂ ਤਾਂ ਅਲੱਗ ਨੇ, ਅਸੀਂ ਉਹਨਾਂ ਗੱਲਾਂ ਦੇ ਵਿੱਚ ਨਹੀਂ ਆਉਂਦੇ, ਕਿਉਂਕਿ ਜਿਹੜਾ ਸਾਧੂ ਸੰਤ ਪੁਰਸ਼ ਹੁੰਦਾ, ਸੰਪਰਦਾਵਾਂ ਦੇ ਮੁਖੀ ਹੁੰਦੇ ਨੇ, ਇਹ ਇੱਕ ਅਲੱਗ ਪੈਟਰਨ ਆ ਤੇ ਜਿਹੜੇ ਪੋਲੀਟੀਕਲ ਗੱਲਾਂ ਦਾ ਪੈਟਰਨ ਹੁੰਦਾ ਉਹ ਇੱਕ ਅਲੱਗ ਹੁੰਦਾ ਗਾ। ਸੋ ਜਿਹੜੇ ਸੰਪਰਦਾਵਾਂ ਦੇ ਮੁਖੀ ਨੇ ਉਹ ਸਤਿਕਾਰਤ ਨੇ, ਭਾਵੇਂ ਉਹ ਕਿਸੇ ਵੀ ਸੰਪਰਦਾ ਦਾ ਮੁਖੀ ਹੋਵੇ, ਉਹ ਸਤਿਕਾਰਤ ਆ ਸਿੱਖਾਂ ਵਾਸਤੇ। ਕਿਉਂਕਿ ਕੋਈ ਵੀ ਸਿੱਖ ਸੰਪਰਦਾ ਦੇ ਵਿੱਚ ਸਿਵਾਏ SGPC ਦੇ ਵਿੱਚ ਤੋਂ ਇਲਾਵਾ ਪੋਲੀਟੀਕਲ ਦਾਖਲ ਚਲੋ ਹੁੰਦਾ ਹੈ, ਪਰ ਇੰਨਾ ਨਹੀਂ ਹੈਗਾ ਵੀ ਇੰਨਾ ਹਰ ਇੱਕ ਲੈਵਲ 'ਤੇ ਹੀ ਪੋਲੀਟੀਕਲ ਦਾਖਲ ਹੋਵੇ। ਸੋ ਜਿਹੜਾ ਹੁਣ ਸਵਾਲ ਦੇ ਘੇਰੇ ਦੇ ਵਿੱਚ ਆ ਰਹੇ ਨੇ ਅੱਜ, ਉਹ ਸੰਪਰਦਾਵਾਂ ਦੇ ਮੁਖੀ ਵੀ ਆ ਰਹੇ ਨੇ। ਜਦੋਂ ਪ੍ਰਕਾਸ਼ ਬਾਦਲ ਦਾ ਸਪੁੱਤਰ ਆ ਸੁਖਬੀਰ ਬਾਦਲ ਤੁਹਾਡੇ ਕੋਲ ਬੈਠਾ ਏ, ਅੱਜ ਪੰਥ ਦੀ ਸ਼ਰਨ ਵਿੱਚ ਆਇਆ ਏ, ਤਾਂ ਤੁਸੀਂ ਸਭ ਤੋਂ ਪਹਿਲਾਂ ਉਸ 'ਤੇ ਸਵਾਲ ਕਰੋ ਵੀ ਪਹਿਲਾਂ ਤੂੰ ਆਪਣਾ ਬਿਊਰੋ ਲੈ ਕੇ ਆ ਵੀ ਤੂੰ 2007 ਤੋਂ ਲੈ ਕੇ 17 ਦੇ ਵਿੱਚ ਸਿੱਖ ਪੰਥ ਲਈ ਕੀ ਕੀਤਾ। ਤੂੰ ਅੱਜ ਇੱਥੇ ਬੈਠਣ ਦਾ ਹੱਕਦਾਰ ਕਿਵੇਂ ਹੋ ਗਿਆ? ਚਲੋ SGPC ਤਾਂ ਪੋਲੀਟੀਕਲ ਉਹਨਾਂ ਨੇ ਲਾਈ ਆ, ਉਹ ਤਾਂ ਸਭ ਨੂੰ ਪਤਾ, ਉਹਦਾ ਕੋਈ ਦੋ ਰਾਏ ਨਹੀਂ ਹੈਗੀ। SGPC ਪੋਲੀਟੀਕਲ ਆ, ਜਥੇਦਾਰ ਪੋਲੀਟੀਕਲ ਹੋ ਸਕਦੇ ਨੇ, ਜਥੇਦਾਰ ਵੀ ਇਹਨਾਂ ਦੇ ਲਾਏ ਹੋਏ ਹੋ ਸਕਦੇ ਨੇ। ਜਿਹੜੇ ਸੰਪਰਦਾਵਾਂ ਦੇ ਮੁਖੀ ਨੇ ਉਹ ਵੀ ਜਾ ਕੇ ਉੱਥੇ ਬੈਠੇ ਨੇ। ਤੁਸੀਂ ਤੇ ਆਜ਼ਾਦ ਹੋ ਨਾ, ਤੁਹਾਡੇ 'ਤੇ ਤਾਂ ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂ। ਸੋ ਅਸੀਂ ਗੁਰੂ ਨੂੰ ਸਮਰਪਿਤ ਹਾਂ ਕਿ ਅਸੀਂ ਕਿਸੇ ਪਾਰਟੀ ਨੂੰ ਸਮਰਪਿਤ ਹਾਂ। ਜਦੋਂ ਅਸੀਂ ਗੁਰੂ ਨੂੰ ਸਮਰਪਿਤ ਹਾਂ, ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਸਿੰਘਾਂ ਦੀ ਗੱਲ ਕਰ ਰਹੇ ਹਾਂ, ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਤੁਸੀਂ ਕਿਉਂ ਨਹੀਂ ਕਰ ਰਹੇ? ਤੁਸੀਂ ਬਾਦਲ ਨੂੰ ਵਿੱਚ ਬਿਠਾਇਆ, ਸੁਖਬੀਰ ਬਾਦਲ ਨੂੰ, ਜਿਹਨੇ ਸਭ ਤੋਂ ਵੱਧ ਪੰਥ ਦਾ ਨੁਕਸਾਨ ਆਪਣੇ ਕਾਰਜਕਾਲ ਦੇ ਵਿੱਚ ਕਰਿਆ। ਪ੍ਰਕਾਸ਼ ਬਾਦਲ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਾਂਗਾ, ਉਹ ਪਹਿਲਾਂ ਸੀ ਜੋ ਵੀ ਸੀ, ਪਰ ਜਿਹੜਾ ਅੱਜ ਦਾ ਸਿਨੈਰੀਓ ਆ, ਜਿਹੜਾ 2012 ਤੋਂ ਲੈ ਕੇ 17 ਤੱਕ ਹੈ, ਉਹਦੇ ਵਿੱਚ ਇਹਨਾਂ ਨੇ ਪੰਥ ਦਾ ਕਿੰਨਾ ਨੁਕਸਾਨ ਕਰਿਆ। ਸਭ ਤੋਂ ਜ਼ਰੂਰੀ ਗੱਲ
ਅਸੀਂ ਆਪਣੇ ਦਿਲ ਤੇ ਜਿਹੜਾ ਹੱਥ ਲਾ ਕੇ ਦੇਖੋ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹਾਂ। ਸਭ ਤੋਂ ਮੇਨ ਸਾਡੇ ਲਈ, ਸਭ ਤੋਂ ਉੱਚਾ ਸਾਡੇ ਲਈ, ਸਭ ਤੋਂ ਸਾਡਾ ਇਸ਼ਟ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਤੇ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਕੇ ਹੀ ਸਤਿਕਾਰ ਹੈ ਜਿੰਨੇ ਵੀ ਸੰਪਰਦਾਵਾਂ ਦੇ ਪ੍ਰਮੁੱਖ ਨੇ, ਬਲਕਿ ਹਰ ਇੱਕ ਸਿੱਖ ਦਾ। ਕੋਈ ਆਮ ਜਿਹੜਾ ਜਨਰਲ ਸਿੱਖ ਹੈ ਨਾ, ਸਧਾਰਨ ਸਿੱਖ ਹੈ, ਫਰਜ਼ ਕਰੋ ਅਸੀਂ ਸਿੱਖਾਂ, ਅਸੀਂ ਬਾਣਾ ਪਾਇਆ ਤਾਂ ਲੋਕ ਸਾਡਾ ਸਤਿਕਾਰ ਕਰਦੇ ਨੇ। ਸੋ ਸਾਡਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਕੇ ਆ। ਤਾਂ ਜਦੋਂ ਬਾਦਲ ਤੁਹਾਡੇ ਆ ਕੇ ਕੋਲ ਬੈਠਾ ਤਾਂ ਤੁਸੀਂ ਸਭ ਤੋਂ ਪਹਿਲਾਂ ਇਹਨੂੰ ਸਵਾਲ ਕਰੋ ਵੀ ਜਾਂ ਤਾਂ ਤੂੰ ਪੰਥਕ ਇਕੱਠ ਦੇ ਵਿੱਚੋਂ ਬਾਹਰ ਹੋ, ਹਾਂ ਜੇ ਤੂੰ ਪੰਥ ਦੀ ਸ਼ਰਨ ਦੇ ਵਿੱਚ ਆਇਆ ਤਾਂ ਸਪਸ਼ਟੀਕਰਨ ਲੈ ਕੇ ਆ, ਜਵਾਬਦੇਹੀ ਲੈ ਕੇ ਆ। ਤੂੰ ਤੇਰੀ 10 ਸਾਲ ਸਰਕਾਰ ਰਹੀ ਆ, ਤੂੰ ਕੀ ਕੀਤਾ ਸਿੰਘਾਂ ਦੇ ਵਾਸਤੇ? ਤੇਰੇ ਕੋਲੇ ਪੰਥ ਦਾ, ਤੂੰ ਪੰਥ ਦਾ ਕਰਿਆ ਕੀ ਆ? ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਆ, ਕਿਸੇ ਨੇ ਇਹ ਸਵਾਲ ਨਹੀਂ ਕਰਨ ਦੀ ਕਿਸੇ ਦੀ ਜ਼ਰੂਰਤ ਪਈ ਵੀ ਕਿਸੇ ਨੇ ਸੁਖਬੀਰ ਬਾਦਲ ਨੂੰ ਪੁੱਛਿਆ ਹੋਵੇ। ਉੱਥੇ ਅਸੀਂ ਗੱਲਾਂ ਕਰਦੇ ਹਾਂ ਜਥੇਦਾਰ ਅਕਾਲੀ ਫੂਲਾ ਸਿੰਘ ਦੀਆਂ, ਤੇ ਸਾਡੀ ਮਾਨਸਿਕਤਾ ਉਹ ਇੰਨੀ ਜ਼ਿਆਦਾ ਖਤਮ ਹੋਈ ਪਈ ਯਾਰ। ਇਹ ਪੋਲੀਟੀਕਲ ਲੋਕਾਂ ਦਾ ਤਾਂ ਧਰਮ ਹੀ ਪੋਲੀਟੀਕਲ, ਇਹਨਾਂ ਦਾ ਕੋਈ ਧਰਮ ਹੀ ਨਹੀਂ, ਇਹਨਾਂ ਦਾ ਜਿਹੜਾ ਧਰਮ ਆ ਉਹ ਪੋਲੀਟਿਕਸ ਹੀ ਹੈ। ਇਹਨਾਂ ਨੇ ਤਾਂ ਕਰਨੀ ਪੋਲੀਟਿਕਸ ਆ। ਜਿਹੜੇ ਅਸੀਂ ਸਿੱਖ ਸੰਪਰਦਾਵਾਂ ਨੇ, ਜਿਹੜੇ ਅਸੀਂ ਸਿਰਫ ਗੁਰੂ ਦਾ ਦਿੱਤਾ ਖਾਂਦੇ ਹਾਂ, ਜਿਹੜੇ ਕੇਵਲ ਗੁਰੂ ਦੇ ਨਾਮ ਤੇ ਚੱਲਦੇ ਨੇ, ਕੀ ਅਸੀਂ ਇਹਨਾਂ ਨੂੰ ਟਣਕਾ ਕੇ ਪੁੱਛ ਨਹੀਂ ਸਕਦੇ ਵੀ ਦੱਸੋ ਭਾਈ ਜਦੋਂ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਸੀ ਕਿਉਂ ਹੋਈ, ਕੀ ਕਾਰਨ ਹੋਈ? ਤੁਹਾਡੀ ਸਰਕਾਰ ਸੀ, ਤੁਹਾਡੇ ਕੋਲੇ ਸਾਰਾ ਇੰਟੈਲੀਜੈਂਸ ਸਟਾਫ ਸੀਗਾ, ਦੱਸੋ ਸਾਨੂੰ ਸਪਸ਼ਟੀਕਰਨ ਦਿਓ। ਚਲੋ ਅਸੀਂ ਮੰਨਦੇ ਹਾਂ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨਹੀਂ ਕਰੀ, ਮੰਨਦੇ ਹਾਂ, ਤੁਹਾਡੀ ਸਰਕਾਰ ਸੀ, ਤੁਹਾਡੀ ਸਰਕਾਰ ਸੱਤਾ ਦੇ ਵਿੱਚ ਘਿਰ ਗਈ, ਪਰ ਕੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰੀ ਉਹਨਾਂ ਨੂੰ ਤੁਸੀਂ ਸਜ਼ਾ ਦਿੱਤੀ? ਕੀ ਤੁਸੀਂ ਉਹਨਾਂ ਲੋਕਾਂ ਨੂੰ ਸਾਡੇ ਸਾਹਮਣੇ ਲਿਆਂਦਾ? ਬਲਕਿ ਜਿੰਨਾ ਵੀ ਇਹ ਸਾਰਾ 3 ਸਾਲਾਂ ਦੇ ਵਿੱਚ ਹੋਇਆ, 3-4 ਸਾਲ ਦੇ ਵਿੱਚ ਹੋਇਆ, ਉਹਦਾ ਸਪਸ਼ਟੀਕਰਨ, ਉਹਦੀ ਜਵਾਬਦੇਹੀ ਕੌਣ ਦੇਊਗਾ? ਕਿਸੇ ਦੀ ਜ਼ਰੂਰਤ ਨਹੀਂ ਪਈ। ਗੱਲਾਂ ਅਸੀਂ ਲੋਕ ਜਿਹੜੇ ਅਸੀਂ ਲੋਕ ਆ ਨਾ, ਅਸੀਂ ਸਾਡੀ ਮਾਨਸਿਕਤਾ ਇੰਨੀ ਕੁ ਜ਼ਿਆਦਾ ਹੋ ਗਏ, ਕਹਿ ਲਓ ਵੀ ਡਾਊਨ ਲੈਵਲ ਹੋ ਚੁੱਕਿਆ। ਅਸੀਂ ਕਿਉਂ ਨਹੀਂ ਸਵਾਲ ਕਰਦੇ, ਅਸੀਂ ਕਿਉਂ ਨਹੀਂ ਪੁੱਛਦੇ? ਇੱਕ ਆਮ ਬੰਦਾ ਉਹ ਨਹੀਂ ਪੁੱਛ ਸਕਦਾ, ਠੀਕ ਆ, ਉਹਦੀ ਇੰਨੀ ਪਾਵਰ ਨਹੀਂ ਹੈਗੀ, ਉਹਨੂੰ ਇਹ ਡਰਾ ਧਮਕਾ ਕੇ ਪਰਚਾ ਕਰਾ ਦੇਣਗੇ, ਸਭ ਕੁਝ ਕਰਾ ਦੇਣਗੇ। ਪਰ ਜਿਹੜੇ ਪ੍ਰਮੁੱਖ ਨੇ ਸੰਪਰਦਾਵਾਂ ਦੇ, ਉਹ ਤੇ ਪੁੱਛ ਸਕਦੇ ਨੇ ਨਾ। ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ, ਸਿਮਰਨਜੀਤ ਮਾਨ ਵਿਰੋਧੀ ਹੈ ਬਾਦਲ ਦਾ, ਹੋਰ ਸਾਰੇ ਲੀਡਰ ਨੇ ਉਹ ਸਾਰੇ ਬਿਲਕੁਲ ਵਿਰੋਧੀ ਨੇ, ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਦੋਂ ਪੰਥਕ ਇਕੱਠ ਹੁੰਦਾ ਤਾਂ ਉੱਥੇ ਉਹ ਪਹਿਲਾਂ ਉਹਨਾਂ ਨੂੰ ਸਵਾਲ ਕਿਉਂ ਨਹੀਂ ਕੀਤਾ ਜਾਂਦਾ ਵੀ ਤੁਸੀਂ ਤੁਹਾਡੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਆ, ਤੁਸੀਂ ਕੀ ਕੀਤਾ? ਤੁਸੀਂ ਅੱਜ ਸਾਨੂੰ ਸਾਰਾ ਕਲੀਅਰ ਕਰਕੇ ਦੱਸ ਸਕਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਕਿਹਨੇ ਕਰਵਾਈ, ਕਿਸ ਨੇ ਕੀਤੀ, ਕਿਉਂ ਹੋਈ, ਕੀ ਕਾਰਨ ਸੀ, ਕਿਉਂ ਵਾਰ-ਵਾਰ ਬੇਅਦਬੀ ਹੋਈ, ਤੇ ਉਹ ਘਟਨਾਵਾਂ ਵਾਰ-ਵਾਰ ਕਿਉਂ ਹੋ ਰਹੀਆਂ ਨੇ? ਇਹਨਾਂ ਕੋਲੇ ਸਾਰਾ ਜਵਾਬ ਹੈ। ਕੋਈ ਵੀ ਸਰਕਾਰ, ਇੰਟੈਲੀਜੈਂਸ ਜਿਹੜੀ ਸਰਕਾਰ ਦੀ ਹੁੰਦੀ ਹੈ, ਉਹ ਇੰਨੀ ਸਖਤ ਤੇ ਇੰਨੀ ਜ਼ਿਆਦਾ ਉਹ ਇਨਫੋਰਮੇਸ਼ਨ ਭਰਪੂਰ ਹੁੰਦੀ ਹੈ ਵੀ ਉਹਨਾਂ ਨੂੰ ਸਭ ਪਤਾ ਹੁੰਦਾ, ਪਰ ਉਹ ਗੱਲ ਦਾ ਸਪਸ਼ਟੀਕਰਨ ਕਿਸੇ ਨੇ ਪੁੱਛਿਆ ਨਹੀਂ। ਅੱਜ ਸਾਡੇ ਵਿੱਚ ਕਮੀ ਇਹ ਨਹੀਂ ਵੀ ਅਸੀਂ ਅੱਡ-ਅੱਡ ਹਾਂ, ਸਾਡੇ ਵਿੱਚ ਕਮੀ ਇਹ ਨਹੀਂ, ਲੋਕ ਕਹਿ ਰਹੇ ਨੇ ਵੀ ਅਸੀਂ ਅੱਡ-ਅੱਡ ਹਾਂ, ਸਿੱਖ ਅੱਡ-ਅੱਡ ਹੋ ਗਏ। ਸਾਡੇ ਵਿੱਚ ਜਿਹੜੀ ਸਭ ਤੋਂ ਵੱਡੀ ਕਮੀ ਹੈ ਨਾ, ਜੇ ਕੋਈ ਬੰਦਾ ਗਲਤੀ ਕਰਕੇ ਆਉਂਦਾ ਹੈ, ਸਭ ਤੋਂ ਪਹਿਲਾਂ ਤਾਂ ਅਸੀਂ ਇਹ ਨਹੀਂ ਦੇਖਦੇ ਵੀ ਇਹਨੂੰ ਗਲਤੀ ਦਾ ਅਹਿਸਾਸ ਹੈਗਾ, ਇਹ ਆਪਣੇ ਹਿੱਤਾਂ ਲਈ ਆਇਆ ਕਿ ਇਹ ਪੰਥ ਵਾਸਤੇ ਆਇਆ। ਜੇ ਪੰਥ ਵਾਸਤੇ ਆਇਆ ਤਾਂ ਉਹ ਆਪਣੀ ਗੁਨਾਹ ਪਹਿਲਾਂ ਬਖਸ਼ਾ ਕੇ ਆਵੇ। ਜੇ ਉਹ ਪੰਥ ਵਾਸਤੇ ਆਇਆ ਤਾਂ ਸਭ ਤੋਂ ਪਹਿਲਾਂ ਉਹ ਜਿਹੜੀਆਂ ਉਹ ਤੋਂ ਆਪਦੇ ਕਾਲ ਦੇ ਵਿੱਚ ਗਲਤੀਆਂ ਹੋਈਆਂ ਨੇ ਉਹਨਾਂ ਬਾਰੇ ਸਪਸ਼ਟੀਕਰਨ ਦੇਵੇ। ਇਕੱਲਾ ਇਹ ਛੁਟਕਾਰਾ ਨਹੀਂ ਹੁੰਦਾ। ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਹਿ ਦਿੱਤਾ ਵੀ ਸਾਡੇ ਤੋਂ ਜੀ ਗਲਤੀ ਹੋ ਗਈ, ਅਸੀਂ ਜਾਂਚ ਨਹੀਂ ਕਰੀ। ਬਈ ਕਿਉਂ ਨਹੀਂ ਕਰੀ? ਦੱਸੋ, ਤੁਹਾਡੇ 'ਤੇ ਕੀ ਦਬਾਅ ਸੀ? ਸੈਂਟਰ ਗੌਰਮੈਂਟ ਦਾ ਦਬਾਅ ਸੀ? ਤੁਹਾਡੇ 'ਤੇ ਕਿਸੇ ਜਿਵੇਂ ਸਰਸਾ ਸਾਧ ਦਾ ਨਾਮ ਆਉਂਦਾ, ਸੌਦਾ ਸਾਧ ਦਾ, ਉਹਨਾਂ ਦਾ ਦਬਾਅ ਸੀ? ਜਾਂ ਤੁਹਾਡੇ 'ਤੇ ਕਿਸੇ ਹੋਰ ਧਿਰ ਦਾ ਦਬਾਅ ਸੀ? ਕੀ ਪਤਾ, ਸਾਨੂੰ ਆਮ ਲੋਕਾਂ ਨੂੰ ਤਾਂ ਕੁਝ ਨਹੀਂ ਪਤਾ। ਤੇ ਤੁਹਾਡੇ 'ਤੇ ਕਿਹਦਾ ਦਬਾਅ ਸੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੁਹਾਡੇ ਦਾ, ਅੱਛਾ ਤੁਸੀਂ ਗੋਲੀਆਂ ਚਲਾ ਰਹੇ ਹੋ ਸਿੱਖਾਂ 'ਤੇ, ਇਨਸਾਫ ਮੰਗਦੇ ਸਿੱਖਾਂ 'ਤੇ ਗੋਲੀਆਂ ਚਲਾ ਰਹੇ ਹੋ। ਅੱਜ ਬਲਜੀਤ ਸਿੰਘ ਦਾਦੂਵਾਲ ਵੀ ਜਾ ਕੇ ਉਹਨਾਂ ਦੇ ਵਿੱਚ ਬੈਠਾ। ਤੁਸੀਂ ਉਹ ਬੰਦੇ ਨੂੰ ਲਿਆ ਕੇ ਵਿੱਚ ਬਿਠਾਇਆ, ਸੁਖਬੀਰ ਬਾਦਲ ਨੂੰ, ਤੇ ਤੁਹਾਡੇ ਵਿੱਚ ਜ਼ਰੂਰਤ ਨਹੀਂ ਪਈ ਕਿਸੇ ਵਿੱਚ ਸਵਾਲ ਕਰਨ ਦੀ। ਗੱਲਾਂ ਕਰਦੇ ਹੋ ਤੁਸੀਂ ਵੱਡੇ ਪੰਥਕ ਹਿੱਤਾਂ ਦੀਆਂ। ਤੋ ਦੇਖੋ, ਮੈਂ ਜਿਹੜਾ ਮੇਰਾ ਅੰਦਰੋਂ ਕਹਿ ਸਕਦੇ ਨੇ ਵੀ ਆਪਣਾ ਇਮੋਸ਼ਨਲੀ ਤੌਰ 'ਤੇ, ਕਿਉਂਕਿ ਸਿੱਖ ਗੁਰੂ ਦੇ ਨਾਮ 'ਤੇ ਜਜ਼ਬਾਤੀ ਹੋ ਜਾਂਦਾ। ਕਈ ਲੋਕਾਂ ਨੂੰ ਲੱਗ ਰਿਹਾ ਹੋਵੇਗਾ ਵੀ, ਕਿਉਂਕਿ ਮੈਂ ਦੂਸਰੀ ਤੀਸਰੀ ਦਫਾ ਲਾਈਵ ਹੋਇਆ ਹੋਊਗਾ ਚੈਨਲ ਦੇ ਉੱਪਰ, ਵੀ ਥੋੜ੍ਹਾ ਜਿਹਾ ਜ਼ਿਆਦਾ ਇਮੋਸ਼ਨਲੀ ਹੋ ਗਿਆ। ਪਰ ਜੇ ਸਿੱਖ ਗੁਰੂ ਦੇ ਨਾਂ 'ਤੇ ਜਜ਼ਬਾਤੀ ਨਹੀਂ ਹੁੰਦਾ ਤਾਂ ਉਹਦੀ ਸਿੱਖੀ ਕਾਹਦੀ? ਸੋ ਸਿੱਖ ਦਾ ਇਮੋਸ਼ਨਲ ਹੋਣਾ, ਇਹ ਜਿਵੇਂ ਕੋਈ ਮਾਂ ਦਾ ਨਾਂ ਲਵੇ ਨਾ ਤਾਂ ਬੱਚਾ ਇਮੋਸ਼ਨਲ ਹੋ ਜਾਂਦਾ। ਇਸੇ ਤਰ੍ਹਾਂ ਜਦੋਂ ਸਾਡੇ ਗੁਰੂ ਦਾ ਨਾਂ ਕੋਈ ਲੈਂਦਾ ਤਾਂ ਇਮੋਸ਼ਨ ਜਾਗਦੇ ਨੇ, ਸਾਡੀਆਂ ਭਾਵਨਾਵਾਂ ਜਾਗਦੀਆਂ ਨੇ। ਸਾਨੂੰ ਇਹਨਾਂ ਚੀਜ਼ਾਂ ਦੇ ਜਵਾਬ ਚਾਹੀਦੇ ਨੇ।
ਜੋ ਤੁਸੀਂ ਆਪਣੇ ਕਾਰਜਕਾਲ ਦੇ ਵਿੱਚ ਸਾਡੇ ਸਿੱਖਾਂ ਨਾਲ ਕੀਤਾ। ਅੱਜ ਲੋਕ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਆਮ ਆਦਮੀ ਪਾਰਟੀ ਐਵੇਂ ਨਹੀਂ ਆਈ। ਇਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ ਤੇ ਸਾਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਮ ਦੇ ਉੱਪਰ ਸਾਨੂੰ ਵਿੱਚ ਇਹਨਾਂ ਨੇ, ਇਹ ਤਾਂ ਗੁਰੂ ਦੇ ਨਹੀਂ ਹੋਏ ਯਾਰ। ਜੇ ਤੁਸੀਂ ਗੁਰੂ ਦੇ ਅੱਜ ਹੋਣੇ ਹੋ, ਤੁਸੀਂ ਗਲਤੀ ਬਖਸ਼ਾਉਣੇ ਤਾਂ ਤੁਸੀਂ ਸਪਸ਼ਟ ਦੱਸੋ ਨਾ ਸਾਰਾ ਕੁਛ। ਸਾਨੂੰ 5 ਸਾਲ ਦਾ ਰਿਕਾਰਡ ਦਿਓ ਵੀ ਤੁਸੀਂ ਕਿਉਂ ਨਹੀਂ ਕਰਿਆ ਕੁਛ। ਇਹ ਛਟਕਾਰਾ ਤੇ ਹੋਣਾ ਨਹੀਂ ਵੀ ਜੀ ਹਾਂ ਉਦੋਂ ਹੋ ਗਿਆ, ਸਾਡੀ ਗੌਰ ਨਹੀਂ ਹੋਈ। ਸਾਨੂੰ ਸ਼ਰਨ ਉਦੋਂ ਲਾਈ। ਖਾਲਸਾ ਪੰਥ ਦਾ ਇੱਕ ਅਸੂਲ ਰਿਹਾ, ਕਾਲੀ ਫੂਲਾ ਸਿੰਘ ਨੇ ਜਿਹੜਾ ਆਪਣਾ ਆਪਾਂ ਆਮ ਤੌਰ ਤੇ ਪੜ੍ਹਦੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਦਿੱਤੀ ਸੀ। ਸੋ ਅੱਜ ਆ ਗਿਆ, ਕੁਝ ਪੱਤਰਕਾਰਾਂ ਨੇ ਇਮੋਸ਼ਨਲੀ ਹੋ ਕੇ ਪਾ ਦਿੱਤਾ ਜੀ ਦੇਖੋ ਅੱਜ ਸਾਰੇ ਅਕਾਲੀ ਦਲ ਵਾਲੇ ਵੀ ਇਕੱਠੇ ਹੋ ਗਏ। ਸੋ ਅਸੀਂ ਵਾਰ-ਵਾਰ ਉਹਨਾਂ ਚੀਜ਼ਾਂ 'ਚ ਫੇਰ ਫਸਦੇ ਜਾ ਰਹੇ ਹਾਂ। ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੋ, ਅਸੀਂ ਵੀ ਕਰਦੇ ਹਾਂ। ਇਹਨਾਂ ਨੇ ਕੀ ਕਰਨੀ, ਅਸੀਂ ਤੇ ਸਾਡੀ ਤੇ ਸ਼ੁਰੂ ਤੋਂ ਇਹ ਚੀਜ਼ ਹੈ ਵੀ ਸਾਡੇ ਜਿਹੜੇ ਸਿੰਘ ਨੇ ਉਹ ਰਿਹਾ ਹੋਣੇ ਚਾਹੀਦੇ ਨੇ। ਆਮ ਲੋਕਾਂ ਨੇ ਤਾਂ, ਆਮ ਸਿੱਖ ਨੇ ਤਾਂ ਉਹ ਕਦੇ ਗੱਲ ਛੱਡੀ ਹੋਈ ਨਹੀਂ। ਤੁਸੀਂ 10 ਸਾਲ ਤੁਹਾਡੀ ਸਰਕਾਰ ਆ ਗਈ, ਤੁਸੀਂ ਭੁੱਲ ਗਏ ਜਦੋਂ ਦਾਦੂਵਾਲ ਬਰਗਾੜੀ ਮੋਰਚੇ ਤੇ ਬੈਠਾ ਉਦੋਂ ਇਹਨੂੰ ਬਾਦਲ ਦੁਸ਼ਮਣ ਲੱਗਦੇ ਨੇ, ਅੱਜ ਇਹ ਬਾਦਲ ਦੇ ਨਾਲ ਬੈਠਾ ਖੱਬੇ ਹੱਥ ਤੇ। ਸੋ ਇਹ ਗੱਲਾਂ ਕਿੱਧਰ ਨੂੰ ਜਾ ਰਹੀਆਂ ਨੇ ਯਾਰ। ਜਾਂ ਤੇ ਸਿੱਖ ਕੌਮ ਹੀ ਮੂਰਖ ਹੋਈ ਪਈ ਹੈ, ਜਾਂ ਫਿਰ ਤੁਸੀਂ ਸਾਨੂੰ ਮੂਰਖੀਆਂ ਨਾ ਬਣਾ ਚੁੱਕੇ ਹੋ ਵੀ ਸਾਨੂੰ ਲੱਗਦਾ ਹੀ ਨਹੀਂ ਵੀ ਅਸੀਂ ਮੂਰਖਾਂਗੇ, ਸਾਨੂੰ ਲੱਗਦਾ ਅਸੀਂ ਬਹੁਤ ਸਿਆਣੇ ਆ। ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ, ਜਿਹੜੀ ਸਭ ਤੋਂ ਜ਼ਿਆਦਾ ਅੱਜ ਦੇ ਸਮੇਂ ਦੇ ਵਿੱਚ, ਜੇਕਰ ਤੁਸੀਂ ਪੰਥ ਦੀ ਸ਼ਰਨ ਦੇ ਵਿੱਚ ਕਿਸੇ ਨੂੰ ਲੈ ਕੇ ਆਉਣਾ ਤਾਂ ਸਭ ਤੋਂ ਪਹਿਲਾਂ ਆਪਣੀ ਗਲਤੀ ਬਖਸ਼ਾ ਕੇ ਆਵੇ। ਅਤੇ ਜਿਨ੍ਹਾਂ ਨੇ ਪੰਥ ਦਾ ਇੰਨਾ ਘਾਣ ਕਰਿਆ ਉਹਦਾ ਖਮਿਆਜ਼ਾ ਕੌਣ ਭੁਗਤੂਗਾ ਭਾਈ? ਤੁਸੀਂ ਬੰਦੀ ਸਿੰਘਾਂ ਦੇ ਨਾਂ ਦੇ ਉੱਪਰ ਹੁਣ ਦੁਬਾਰੇ ਆਪਣਾ ਪ੍ਰੋਪੋਗੰਡਾ ਖੜਾ ਕਰਨ ਦੀ ਸ਼ੁਰੂ ਕਰਦੇ ਹੋ। ਜਿਹੜੇ ਮੈਨੂੰ ਦੁੱਖ ਇਹ ਨਹੀਂ ਵੀ ਉਹ, ਸਾਨੂੰ ਦੁੱਖ ਹੋਆ ਵੀ ਯਾਰ ਜਿਹੜੇ ਸੱਚੇ ਸੁੱਚੇ ਇਨਸਾਫ ਪਸੰਦ ਬੰਦੇ ਨੇ ਉਹਨਾਂ ਨੇ ਜਦੋਂ ਇਹ ਸੁਖਬੀਰ ਬਾਦਲ ਆ ਕੇ ਵਿੱਚ ਬੈਠਾ ਇਹਨੂੰ ਇੱਕ ਵਾਰੀ ਵੀ ਸਵਾਲ ਨਹੀਂ ਕਰਿਆ, ਕਿਸੇ ਨੇ ਇਹਨੂੰ ਪੁੱਛਿਆ ਤੱਕ ਨਹੀਂ ਵੀ ਹਾਂ ਭਾਈ ਤੂੰ ਦੇ ਜਵਾਬ, ਤੇਰੀ ਜਵਾਬਦੇਹੀ ਦੇ, ਜਿੰਨਾ ਕੁ ਤੇਰੇ ਕੋਲੇ ਰਾਜ ਸੀ ਪੰਜਾਬ ਸਰਕਾਰ ਦਾ, ਤੁਸੀਂ ਕੀ ਕੀਤਾ ਸਾਡੇ ਵਾਸਤੇ? ਤੁਸੀਂ ਅੱਜ ਯਾਰ 1 ਮਿੰਟ 'ਚ ਉਹ ਬੰਦੇ ਨੂੰ ਵਿੱਚ ਬਿਠਾ ਲਿਆ। ਇਹਦੇ ਨਾਲ ਤੁਸੀਂ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਰਹੇ ਹੋ। ਸੋ ਥੋੜ੍ਹਾ ਜਿਹਾ ਸੰਗਤ ਜੀ ਹੱਥ ਬੰਨ੍ਹ ਕੇ ਬੇਨਤੀ ਹੈ, ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਓ, ਉਹਨਾਂ ਲੋਕਾਂ ਦੇ ਨਾਲ ਚੱਲੋ ਜਿਹੜੇ ਵਾਕਿਆ ਹੀ ਗੁਰੂ ਨਾਲ ਜੁੜੇ ਹੋਏ ਨੇ। ਅੱਜ ਅਕਾਲੀ ਦਲ ਨੂੰ ਸਿੱਖਾਂ ਨੇ ਹੀ ਹਰਾਇਆ, ਇਹ ਗੱਲ ਨੂੰ ਯਕੀਨ ਕਰਕੇ ਮੰਨ ਲਓ। ਕੁਝ ਲੋਕ ਕਹਿੰਦੇ ਨੇ ਫਲਾਣਾ ਆ ਗਿਆ, ਪੰਜਾਬ ਦੇ ਲੋਕਾਂ ਨੇ ਐਵੇਂ ਝਾੜੂ ਲਿਆਂਦਾ, ਜਿਵੇਂ ਲਿਆਂਦਾ। ਚਲੋ ਜਿਵੇਂ ਵੀ ਝਾੜੂ ਆਇਆ, ਪਰ ਸਿੱਖਾਂ ਨੇ ਹਰਾਇਆ। ਤਾਂ ਹਰਾਇਆ, ਤੁਸੀਂ ਸਾਡੇ ਸਿੱਖਾਂ ਨਾਲ ਵਿਸ਼ਵਾਸਘਾਤ ਕੀਤਾ, ਤੁਸੀਂ ਸਾਡੇ ਸਿੱਖਾਂ ਦੇ ਇਮੋਸ਼ਨ ਨਾਲ ਖੇਡੇ ਹੋ। ਅਤੇ ਜੇ ਤੁਸੀਂ ਇੱਕ ਵਾਰੀ ਇਮੋਸ਼ਨ ਨਾਲ ਖੇਡੇ ਹੋ ਨਾ, ਤਾਂ ਤੁਸੀਂ ਦੁਬਾਰਾ ਵੀ ਖੇਡ ਸਕਦੇ ਹੋ। ਜੇ ਤੁਸੀਂ ਪੰਥ ਦੀ ਸ਼ਰਨ ਦੇ ਵਿੱਚ ਆਉਣਾ ਤਾਂ ਪਹਿਲਾਂ ਆਪਣੀਆਂ ਗਲਤੀਆਂ ਦੀ ਜਵਾਬਦੇਹੀ ਤੇ ਪੂਰੀ ਚੰਗੀ ਤਰ੍ਹਾਂ ਸਪਸ਼ਟੀਕਰਨ, ਕਿਉਂ ਕਮੀਆਂ ਰਹੀਆਂ, ਕੀ ਕਾਰਨ ਸੀ, ਫੇਰ ਆ ਕੇ ਤੁਸੀਂ ਪੰਥ ਦੀ ਸ਼ਰਨ ਦੇ ਵਿੱਚ ਬੈਠੋ। SGPC ਵਾਲਿਓ, ਠੀਕ ਹੈ ਅੱਜ ਤੁਹਾਡੇ ਕੋਲੇ ਇੱਕ ਸੰਸਥਾ ਹੈਗੀ ਅਤੇ ਤੁਸੀਂ ਠੀਕ ਹੈ ਤੁਹਾਡੇ ਕੋਲੇ ਗੁਰਦੁਆਰਿਆਂ ਦਾ ਪ੍ਰਬੰਧ ਹੈ, ਪਰ ਗੁਰੂ ਤੋਂ ਵੱਡੇ ਨਹੀਂ ਅਸੀਂ ਹੋ ਗਏ। ਚੱਲਣਾ ਹੁਕਮ ਅਕਾਲ ਪੁਰਖ ਵਾਹਿਗੁਰੂ ਦਾ ਏ। ਸਿੱਖ ਜੰਗਲਾਂ ਦੇ ਵਿੱਚ ਰਹਿ ਕੇ ਵੀ ਰਾਜ ਕਰਕੇ ਸਾਡੇ ਕੋਲ ਇਤਿਹਾਸ ਹੈ। ਜੇ ਅੱਜ ਤੁਸੀਂ, ਇੱਕ ਤਾਂ ਸੱਤਾ ਹੈਗੀ ਪੰਜਾਬ ਸਰਕਾਰ ਦੀ, ਇੱਕ ਸੱਤਾ ਹੈਗੀ SGPC ਦੀ। ਜੇ ਅੱਜ SGPC ਦੇ ਵਿੱਚ ਤੁਸੀਂ ਕਾਬਜ਼ ਹੋ ਤਾਂ ਇਹ ਨਾ ਭੁੱਲੋ ਵੀ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਕਰਕੇ ਹੀ ਹੋ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ ਤਾਂ SGPC ਹੈ। ਜੇ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਪ੍ਰਕਾਸ਼ ਤਾਂ ਪ੍ਰਬੰਧ ਚੱਲੂ ਉੱਥੇ। ਸਾਡੇ ਲਈ ਪ੍ਰਮੁੱਖ ਸਾਡਾ ਗੁਰੂ ਹੈ, ਅਤੇ ਜਿਹੜਾ ਸਾਡੇ ਗੁਰੂ ਦਾ ਨਹੀਂ ਹੋਇਆ ਉਹ ਸਾਡਾ ਵੀ ਨਹੀਂ ਹੋਇਆ। ਇਹ ਚੀਜ਼ ਨੂੰ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ। ਨਹੀਂ, ਇਹ ਸਿੱਖਾਂ ਨੂੰ ਗੱਲ ਨੂੰ ਦਿਮਾਗ ਦੇ ਵਿੱਚ ਫਿੱਟ ਕਰ ਲੈਣਾ ਚਾਹੀਦਾ ਵੀ ਜਿਹੜਾ ਸਾਡੇ ਗੁਰੂ ਦਾ ਨਹੀਂ ਹੋਇਆ ਉਹ ਸਾਡਾ ਵੀ ਨਹੀਂ ਹੋਇਆ। ਇਹ ਸਿੱਖ ਦੀ ਅਸਲੀ ਭਾਵਨਾ ਹੈ। ਅਤੇ ਜੇ ਕੋਈ ਬੰਦਾ ਆਪਣੀ ਗਲਤੀ ਮੰਨਦਾ ਹੈ, ਗਲਤੀ ਬਖਸ਼ਾਉਣ ਕੇ ਉਹ ਪੰਥ ਦੀ ਸ਼ਰਨ ਦੇ ਵਿੱਚ ਕੋਸ਼ਿਸ਼ ਆਉਂਦਾ, ਤਾਂ ਉਹਨੂੰ ਪਹਿਲਾਂ ਟਣਕਾ ਲਓ ਸਮਾਰ ਕੇ ਵੀ ਉਹ ਆਪਣੇ ਹਿੱਤਾਂ ਲਈ ਆ ਰਿਹਾ ਹੈ, ਉਹ ਬਾਕੀ ਪੰਥ ਦੀ ਸ਼ਰਨ ਦੇ ਵਿੱਚ ਆ ਰਿਹਾ। ਜੇ ਕੋਈ ਬੰਦਾ ਬਾਕੀ ਪੰਥ ਦੀ ਸ਼ਰਨ ਦੇ ਵਿੱਚ ਆਇਆ ਉਹ ਸਾਰਾ ਪੁੱਛੋ ਇਹਨੂੰ। ਸਾਡੇ ਯਾਰ ਸੀਨਿਆਂ ਵਿੱਚ ਅੱਗ ਲੱਗ ਜਾਂਦੀ ਹੈ ਜਦੋਂ ਇਹ ਆ ਕੇ ਦੁਬਾਰੇ ਪੰਥ ਦੀਆਂ ਗੱਲਾਂ ਕਰਦੇ ਨੇ। ਇਹ ਪਹਿਲਾਂ 5 ਸਾਲ ਦਾ ਉਹਦਾ ਸਪਸ਼ਟੀਕਰਨ ਤਾਂ ਦੇਣ ਨਾ ਵੀ ਇਹਨੇ ਕਰਿਆ ਕੀ ਹੈ ਸਾਡੇ ਵਾਸਤੇ। ਨਹੀਂ, ਇੱਥੇ ਸਿੰਘਾਂ ਤੁਸੀਂ ਗੋਲੀਆਂ ਚਲਾਈਆਂ, ਤੁਸੀਂ ਪੰਜਾਬ ਸਰਕਾਰ ਕੋਲੇ ਕੋਈ ਛੋਟੀ ਪਾਵਰ ਨਹੀਂ ਹੁੰਦੀ। ਜਦੋਂ ਰਾਜੋਆਣੇ ਨੂੰ ਰਿਹਾ ਕਰਵਾਇਆ ਸੀ ਨਾ, ਆਪਣੀ ਫਾਂਸੀ ਦੀ ਸਜ਼ਾ ਰਾਜੋਆਣਿਆਂ ਦੀ ਜਿਹੜੀ ਮਾਫ ਕਰਵਾਈ ਸੀ, ਉਦੋਂ ਸਿੱਖ ਕੌਮ ਸਾਰੀ ਇਕੱਠੀ ਹੋਈ, ਪੰਜਾਬ ਦੇ ਵਿੱਚ ਧਰਨੇ ਲੱਗੇ। ਫੇਰ ਕਿਤੇ ਜਾ ਕੇ ਪ੍ਰਕਾਸ਼ ਬਾਦਲ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ। ਕਿਉਂ ਭਾਈ?
ਸਾਨੂੰ ਆਮ ਸਿੱਖਾਂ ਨੂੰ, ਨੌਜਵਾਨਾਂ ਨੂੰ ਹਰੇਕ ਗੱਲ ਤੇ ਧਰਨੇ ਹੀ ਲਾਉਣੇ ਪੈਣਗੇ? ਪ੍ਰਕਾਸ਼ ਬਾਦਲ ਆਪਣੇ ਆਪ ਹੀ ਹੱਕ ਬਣਦਾ ਸੀ। ਜਦੋਂ ਪੰਜਾਬ ਦੇ ਵਿੱਚ 6 ਮਹੀਨੇ ਪੂਰਾ ਜ਼ੋਰਾਂ ਸ਼ੋਰਾਂ ਨਾਲ ਧਰਨੇ ਲੱਗੇ, ਮੁਜ਼ਾਹਰੇ ਹੋਏ, ਫਿਰ ਕਿਤੇ ਜਾ ਕੇ ਪ੍ਰਕਾਸ਼ ਬਾਦਲ ਰਾਸ਼ਟਰਪਤੀ ਨੂੰ ਅਪੀਲ ਕਰਦਾ ਵੀ ਜੀ ਰਾਜੋਆਣੇ ਦੀ ਜਿਹੜੀ ਫਾਂਸੀ ਦੀ ਸਜ਼ਾ ਉਹਨੂੰ ਤੁਸੀਂ ਉਹਦੇ ਵਿੱਚ ਤਬਦੀਲ ਕਰ ਦਿਓ, ਆਪਣਾ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿਓ। ਤੁਹਾਨੂੰ ਪਹਿਲਾਂ ਤੁਹਾਨੂੰ ਚੇਤਾ ਨਹੀਂ ਆਉਂਦਾ? ਸਾਨੂੰ ਲੋਕਾਂ ਨੂੰ ਤਾਂ ਇਹ ਆਦਤ ਹੋ ਗਈ ਹੈ ਯਾਰ ਵੀ ਅਸੀਂ ਧਰਨੇ ਮੁਜ਼ਾਹਰੇ ਲਾ ਕੇ ਹੀ ਆਪਣੇ ਹੱਕ ਲੈਣੇ ਨੇ, ਕਿਉਂਕਿ ਸਾਨੂੰ ਤੁਸੀਂ ਹੱਕ ਤਾਂ ਦਿੰਦੇ ਨਹੀਂ। ਜਦੋਂ ਤੁਹਾਡੇ ਕੋਲ ਸੱਤਾ ਨਹੀਂ ਹੁੰਦੀ ਤੁਸੀਂ ਆ ਕੇ ਪੰਥ ਦੀ ਸ਼ਰਨ 'ਚ ਬਹਿ ਜਾਂਦੇ ਹੋ, ਜਦੋਂ ਤੁਸੀਂ ਸੱਤਾ ਮਿਲ ਜਾਂਦੀ ਹੈ ਤੁਸੀਂ ਜਾ ਕੇ ਸੈਂਟਰ ਦੀ ਸ਼ਰਨ 'ਚ ਬਹਿ ਜਾਂਦੇ ਹੋ, ਤੁਸੀਂ ਜਾ ਕੇ ਪੋਲੀਟੀਕਲ ਲੋਕਾਂ ਦੀ ਸ਼ਰਨ 'ਚ ਬਹਿ ਜਾਂਦੇ ਹੋ, ਤੁਸੀਂ ਜਾ ਕੇ ਬਿਜ਼ਨਸਮੈਨਾਂ ਦਾ ਦੇਖਣ ਲੱਗ ਜਾਂਦੇ ਹੋ। ਉਦੋਂ ਤੁਹਾਨੂੰ ਪੰਥ ਵਿਸਰ ਜਾਂਦਾ। ਅਤੇ ਅੱਜ ਤੁਹਾਨੂੰ ਜਿਹੜੇ ਪੰਥਕ ਆਗੂ ਵਿੱਚ ਵਾੜਨ ਦੀ ਕੋਸ਼ਿਸ਼ ਕਰ ਰਹੇ ਨੇ, ਤੁਹਾਨੂੰ ਲੋਕਾਂ ਨੇ ਦਰਕਿਨਾਰ ਕਰਤਾ, ਉਹਨਾਂ ਲੋਕਾਂ ਨੂੰ ਚਾਹੀਦਾ ਯਾਰ ਵੀ ਤੁਸੀਂ ਇਹਨਾਂ ਨੂੰ ਪੁੱਛੋ। ਸੋ ਇੰਨਾ ਸੰਗਤ ਜੀ, ਇੰਨਾ ਜ਼ਿਆਦਾ ਇਹਨਾਂ ਗੱਲਾਂ ਨੂੰ ਦੇਖ ਕੇ ਮਨ ਖਰਾਬ ਹੁੰਦਾ, ਜਾਂ ਕਹਿ ਲਓ ਇਮੋਸ਼ਨਸ ਇੰਨੇ ਜ਼ਿਆਦਾ ਭਾਵਨਾਵਾਂ ਨੇ ਜਿਹੜੀਆਂ ਅਸੀਂ ਬਹਿਣਾ 'ਚ ਬਹਿ ਜਾਂਦੇ ਵੀ ਸਾਤੋਂ ਕੰਟਰੋਲ ਨਹੀਂ ਹੁੰਦਾ। ਸੋ ਹੱਥ ਮੰਨ ਕੇ ਬੇਨਤੀ ਆ, ਇਹਨਾਂ ਅਖੌਤੀ ਜਿਹੜੇ ਆਪਣੇ ਆਪ ਨੂੰ ਪੋਲੀਟੀਕਲ ਲੀਡਰ, ਪੰਥਕ ਲੀਡਰ ਕਹਾਉਂਦੇ ਨੇ, ਇਹਨਾਂ ਤੋਂ ਬਚੋ। ਉਹਨਾਂ ਲੀਡਰਾਂ ਨੂੰ ਚੁਣੋ ਜਿਹੜੇ ਵਾਕਈ ਸਾਡੇ ਲੀਡਰ ਨੇ, ਜਿਨ੍ਹਾਂ ਨੇ ਪੰਥ ਵਾਸਤੇ ਕੁਰਬਾਨੀਆਂ ਕਰੀਆਂ ਨੇ, ਜਿਨ੍ਹਾਂ ਦੇ ਅੰਦਰ ਜਜ਼ਬਾ ਹੈ, ਜਿਹੜੇ ਸੱਚ ਕਹਿਣ ਦੀ ਜੁਰਤ ਰੱਖਦੇ ਨੇ। ਆਪਣਿਆਂ ਨੂੰ ਪਛਾਣੋ, ਜਿਹੜੇ ਗੁਰੂ ਦੇ ਨੇ ਉਹੀ ਸਾਡੇ ਨੇ, ਜਿਹੜੇ ਗੁਰੂ ਦੇ ਨਹੀਂ ਉਹ ਕਿਸੇ ਦੇ ਵੀ ਨਹੀਂ, ਇਕੱਲੇ ਸਿੱਖਾਂ ਦੇ ਨਹੀਂ। ਜਿਹੜਾ ਬੰਦਾ ਗੁਰੂ ਦਾ ਨਹੀਂ ਨਾ, ਉਹ ਕਿਸੇ ਹਿੰਦੂ ਦਾ ਵੀ ਨਹੀਂ, ਉਹ ਕਿਸੇ ਮੁਸਲਮਾਨ ਦਾ ਵੀ ਨਹੀਂ, ਉਹ ਕਿਸੇ ਦਾ ਵੀ ਨਹੀਂ। ਜਿਹੜਾ ਗੁਰੂ ਦਾ ਨਹੀਂ ਹੋਇਆ ਉਹ ਕਿਸੇ ਦਾ ਨਹੀਂ ਹੋਇਆ, ਕਿਉਂਕਿ ਗੁਰੂ ਨੇ ਤਾਂ ਸੱਚ ਸਿਖਾਉਣਾ, ਗੁਰੂ ਨੇ ਇਮਾਨਦਾਰੀ ਸਿਖਾਉਣੀ ਹੈ, ਗੁਰੂ ਨੇ ਪ੍ਰੇਮ ਸਿਖਾਉਣਾ ਹੈ, ਗੁਰੂ ਨੇ ਇਨਸਾਨੀਅਤ ਸਿਖਾਉਣੀ ਆ। ਨਾ ਇਹਨਾਂ 'ਚ ਇਨਸਾਨੀਅਤ ਹੈ, ਨਾ ਇਮਾਨਦਾਰੀ ਆ, ਨਾ ਇਹਨਾਂ 'ਚ ਪ੍ਰੇਮ ਹੈ, ਨਾ ਇਹਨਾਂ ਦੇ ਵਿੱਚ ਸਮਰਪਣ ਹੈ। ਜਿਹੜਾ ਗੁਰੂ ਦਾ ਹੋਊਗਾ ਉਹ ਸਮਰਪਿਤ ਹੋਊ ਖਲਕ ਨੂੰ। ਫਰੀਦਾ ਖਾਲਕ ਖਲਕ ਮੈਂ, ਖਲਕ ਵਸਿਆ ਰੱਬ ਮਾਹੇ। ਜਿਹੜਾ ਪ੍ਰਭੂ ਮਾਲਕ ਆ ਉਹਦੀ ਖਲਕਤ ਵਿੱਚ ਵਸਦਾ ਹੈ, ਅਤੇ ਖਲਕਤ ਦੇ ਵਿੱਚ ਹੀ ਪਰਮਾਤਮਾ ਵਸਦਾ। ਸੋ ਸੰਗਤ ਦੇ ਰੂਪ ਦੇ ਵਿੱਚ ਸੰਗਤ ਜੀ, ਇਹਨਾਂ ਦੀਆਂ ਇਹ ਚਾਲਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਹੋਰ ਸਾਰੇ ਬੰਦੇ ਕਰਨ, ਜਾਇਜ਼ ਗੱਲ ਹੈ। ਪਰ ਇਹ ਲੋਕ ਜੇ ਬੰਦੀ ਸਿੰਘਾਂ ਦੀ ਰਿਹਾਈ ਦੀ ਅੱਜ ਗੱਲ ਕਰ ਰਹੇ ਨੇ ਬਾਦਲ ਦਲੀਏ, ਤਾਂ ਇਹਨਾਂ ਦੇ ਜਿਹੜੀ ਇਹਦੇ ਪਿੱਛੇ ਮਨਸ਼ਾ ਗਈ, ਪਹਿਲਾਂ ਉਹ ਕਲੀਅਰ ਕਰਨ, ਫਿਰ ਜਾ ਕੇ ਬੰਦੀ ਸਿੰਘਾਂ ਦੀ ਰਿਹਾਈ ਕਰਨ। ਕਿਉਂਕਿ ਇਹ ਲੋਕਾਂ ਸਾਹਮਣੇ ਆ ਚੁੱਕਿਆ 10 ਸਾਲ ਲਈ ਤੁਸੀਂ ਕੁਝ ਨਹੀਂ ਕੀਤਾ। ਅਤੇ ਅੱਜ ਜਿਨ੍ਹਾਂ ਨੇ ਇਹਨਾਂ ਨੂੰ ਬਿਠਾਉਣ ਦਾ ਮੌਕਾ ਦਿੱਤਾ ਨਾ ਪੰਥਕ ਸ਼ਰਨ ਦੇ ਵਿੱਚ, ਪੰਥਕ ਇਕੱਤਰਤਾ ਦੇ ਵਿੱਚ, ਉਹਨਾਂ ਲਈ ਇਹ ਸਵਾਲ ਹੈ ਵੀ ਤੁਸੀਂ ਇਹਨਾਂ ਨੂੰ ਪਹਿਲਾਂ ਇਹ ਪੁੱਛੋ ਵੀ ਤੁਸੀਂ ਆਪਣਾ ਕਾਰਜਕਾਲ ਦਾ ਸਾਰਾ ਰਿਕਾਰਡ ਲੈ ਕੇ ਆਓ। ਇਕੱਲਾ ਐਂ ਜਾ ਕੇ ਗੁਰੂ ਘਰ ਦੇ ਵਿੱਚ ਜੋੜੇ ਝਾੜ ਕੇ ਤੁਸੀਂ ਮਨਫੀ ਨਹੀਂ ਹੋ ਸਕਦੇ, ਕਿਉਂਕਿ ਤੁਹਾਡੀ ਗਲਤੀ ਕੋਈ ਨਿੱਜੀ ਗਲਤੀ ਨਹੀਂ ਹੈ। ਕਿਸੇ ਗੁਰਸਿੱਖ ਤੋਂ ਕੋਈ ਕੁਰੈਤ ਹੋ ਗਈ ਹੋਵੇ, ਕੋਈ ਨਿੱਜੀ ਗਲਤੀ ਹੋ ਗਈ ਹੋਵੇ, ਉਹ ਆਪਣੀ ਤੌਰ 'ਤੇ ਉਹਨੂੰ ਬਖਸ਼ਾ ਸਕਦਾ। ਇਹ ਤਾਂ ਪੰਥਕ ਗਲਤੀ ਹੈ ਯਾਰ, ਇਹ ਕੋਈ ਨਿੱਜੀ ਗਲਤੀ ਥੋੜ੍ਹੀ ਹੈ, ਇਹ ਤਾਂ ਪੰਥਕ ਗਲਤੀ ਹੈ, ਬਹੁਤ ਵੱਡੀ ਗਲਤੀ। ਕੀ ਹੈ ਯਾਰ, ਤੁਸੀਂ ਗੁਰੂ ਦੀ ਨਹੀਂ ਹੋਏ, ਉਦੋਂ ਤੁਹਾਨੂੰ ਪੋਲੀਟੀਕਲ ਹਿੱਤ ਪਿਆਰੇ ਹੋ ਗਏ। ਸੋ ਇਹਨਾਂ ਨੂੰ ਸਵਾਲ ਪੁੱਛੋ ਪਹਿਲਾਂ। ਇਹਨਾਂ ਨੂੰ ਪੰਥਕ ਇਕੱਤਰਤਾਵਾਂ ਵਿੱਚ ਬਿਠਾਉਣ ਤੋਂ ਪਹਿਲਾਂ ਹੱਥ ਜੋੜ ਕੇ ਬੇਨਤੀ ਹੈ ਮੇਰੀ ਪੰਥਕ ਆਗੂਆਂ ਨੂੰ ਅਤੇ ਸਿੱਖ ਸੰਪਰਦਾਵਾਂ ਦੇ ਮੁਖੀਆਂ ਨੂੰ, ਇਹਨਾਂ ਨੂੰ ਬਾਦਲ ਦਲੀਆਂ ਨੂੰ ਪਹਿਲਾਂ ਪੁੱਛੋ, ਇਹਨਾਂ ਤੋਂ ਸਾਰਾ ਸਪਸ਼ਟੀਕਰਨ ਲਓ, ਕਿਉਂਕਿ ਤੁਸੀਂ ਸਾਡੇ ਆਗੂ ਹੋ, ਤੁਹਾਡੇ ਹੱਥ ਸਾਡੀ ਵਾਗਡੋਰ ਹੈ। ਸੰਪਰਦਾਵਾਂ ਕਿਸੇ ਪੋਲੀਟੀਕਲ ਦਬਾਅ ਦੀਆਂ ਨਹੀਂ ਹੈਗੀਆਂ, ਸੰਪਰਦਾਵਾਂ ਗੁਰੂ ਦੀਆਂ ਨੇ, ਜਿੱਥੇ ਸਿਰਫ ਸਿੱਖੀ ਦੀ ਗੱਲ ਹੋਊਗੀ, ਅਤੇ ਜਿਹੜਾ ਗੁਰੂ ਦਾ ਨਹੀਂ ਹੋਇਆ ਉਹ ਸਾਡਾ ਵੀ ਕੋਈ ਨੇੜਿਓਂ ਨਹੀਂ ਲੱਗਦਾ ਹੈਗਾ। ਸੋ ਹੱਥ ਬੰਨ੍ਹ ਕੇ ਬੇਨਤੀ ਹੈ ਸੰਗਤ ਜੀ, ਸਿੱਖ ਸੰਪਰਦਾਵਾਂ ਦੇ ਮੁਖੀਆਂ ਨੂੰ ਵੀ ਇਹਨਾਂ ਲੋਕਾਂ ਤੋਂ ਸਵਾਲ ਪੁੱਛੋ। ਪੰਥਕ ਆਗੂਆਂ ਨੂੰ ਬੇਨਤੀ ਹੈ, ਇਹਨਾਂ ਲੋਕਾਂ ਤੋਂ ਸਵਾਲ ਪੁੱਛੋ। ਅੱਜ ਜੇ ਤੁਸੀਂ ਪੰਥਕ ਇਕੱਤਰਤਾ ਕਰੀ ਸੀ ਤਾਂ ਇਹਨਾਂ ਨੂੰ ਸਵਾਲ ਪੁੱਛਣਾ ਸੀ ਤੁਸੀਂ ਵੀ ਤੁਸੀਂ ਕੀ ਕੀਤਾ ਪੰਥ ਵਾਸਤੇ, ਦੱਸੋ। ਅਸੀਂ ਇੱਕ ਗੱਲ ਕਹਿ ਕੇ ਸਾਥ ਦਿੱਤਾ, ਚਲੋ ਜੀ ਕਿਸੇ ਬਹਾਨੇ ਪੰਥ ਦੇ ਵਿੱਚ ਤਾਂ ਆਏ, ਪੰਥ ਦੀ ਸ਼ਰਨ ਵਿੱਚ ਆਏ, ਕਿਉਂਕਿ ਅਹਿਸਾਨ ਕਰਿਆ ਸਾਡੇ 'ਤੇ। ਪੰਥ ਦੀ ਸ਼ਰਨ ਵਿੱਚ ਆ ਕੇ ਇਹਨਾਂ ਨੇ ਅਹਿਸਾਨ ਕਰਿਆ ਸਾਡੇ 'ਤੇ ਯਾਰ। ਅਸੀਂ ਲੋਕ ਬੇਜ਼ਮੀਰੇ ਲੋਕ ਹੋ ਰਹੇ ਹਾਂ। ਜੇ ਤੁਸੀਂ ਆਏ ਹੋ ਤਾਂ ਤੁਹਾਡੀ ਭਾਵਨਾ ਸਾਨੂੰ ਪਤਾ ਹੋਣੀ ਚਾਹੀਦੀ ਸੀ, ਕੀ ਤੁਸੀਂ ਸੱਚੀ ਭਾਵਨਾ ਨਾਲ ਆਏ ਹੋ ਕਿ ਦੁਬਾਰੇ ਤੁਸੀਂ ਪਤਾ ਤੁਹਾਨੂੰ ਵੀ ਸਾਡੀ ਸਰਕਾਰ ਖਤਮ ਹੈ, ਹੁਣ ਪੰਥ ਦੀਆਂ ਗੱਲਾਂ ਚੱਕ ਲਓ। ਸੋ ਇਹਨਾਂ ਨੂੰ ਸਵਾਲ ਪੁੱਛੋ, ਟਣਕਾ ਕੇ ਲਓ ਬੰਦਾ। ਹਾਂ, ਜੇ ਕੋਈ ਬੰਦਾ ਦਿਲੋਂ ਗਲਤੀ ਮੰਨਦਾ, ਉਹਨੂੰ ਅਹਿਸਾਸ ਹੋਇਆ, ਤਾਂ ਜਾ ਕੇ ਉਹਨੂੰ ਮੌਕਾ ਮਿਲਣਾ ਚਾਹੀਦਾ। ਪਰ ਮੌਕਾ ਮਿਲਣ ਤੋਂ ਪਹਿਲਾਂ ਉਹਦੀ ਜਵਾਬਦੇਹੀ ਪੂਰੀ ਦੇਵੇ ਉਹ, ਅਤੇ ਜਿਹੜੀ ਸਜ਼ਾ ਦਾ ਹੱਕਦਾਰ ਆ ਉਹ ਸਜ਼ਾ ਹੱਥ ਮੰਨ ਕੇ ਲਵੇ। ਸੋ ਇੰਨੀਆਂ ਬੇਨਤੀਆਂ। ਅਸੀਂ ਆਮ ਲੋਕ ਹਾਂ, ਆਮ ਸਿੱਖਾਂ, ਪਰ ਇੱਕ ਗੱਲ, ਇਹ ਗੱਲ ਸੰਗਤ ਜੀ, ਸਾਡੇ ਵੀ ਸਾਨੂੰ ਇਹ ਪੱਲੇ ਬੰਨ੍ਹ ਲੈਣੀ ਚਾਹੀਦੀ ਆ। ਅਸੀਂ ਭਾਵੇਂ ਸਿੱਖ ਆਮ ਆ, ਸਾਡੇ ਕੋਲ ਕੋਈ ਪੋਲੀਟੀਕਲ ਪਾਵਰ ਨਹੀਂ, ਕੁਛ ਨਹੀਂ ਸਾਡੇ ਕੋਲ। ਜਿਹੜੇ ਅਸੀਂ ਆਮ ਲੋਕਾਂ, ਅਸੀਂ ਬੋਲਦੇ ਨਹੀਂ, ਅਸੀਂ ਡਰਦੇ ਹਾਂ। ਸਾਡੇ ਸਿਰ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੱਥ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਥਾਪੜਾ।
ਤੇ ਜਿਹਦੇ ਸਿਰ ਦੇ ਉੱਪਰ ਗੁਰੂ ਦਾ ਹੱਥ ਹੋਵੇ ਉਹਨਾਂ ਨੂੰ ਦੁਨਿਆਵੀ ਰਾਜਿਆਂ ਦੀ ਦੁਨਿਆਵੀ ਧਨ ਦੌਲਤ ਉਹਨਾਂ ਦੇ ਸਾਹਮਣੇ ਤੁੱਛ ਹੁੰਦੇ ਨੇ। ਸੋ ਸਾਡੇ ਉੱਪਰ ਗੁਰੂ ਦਾ ਹੱਥ ਹੈ ਤੇ ਜਿਹਦੇ ਉੱਪਰ ਗੁਰੂ ਦਾ ਹੱਥ ਆ ਨਾ, ਜਿਵੇਂ ਨਵਾਬ ਕਪੂਰ ਸਿੰਘ ਨੂੰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਮਿਲਿਆ ਹੋਇਆ ਸੀ ਤੇ ਨਵਾਬ ਕਪੂਰ ਸਿੰਘ ਨੂੰ ਘੋੜਿਆਂ ਦੀ ਲਿੱਦ ਚੁੱਕਦੇ ਨੂੰ ਨਵਾਬੀ ਮਿਲ ਗਈ ਸੀ। ਸੋ ਅਸੀਂ ਸੱਚ ਪਛਾਣੀਏ, ਇਮਾਨਦਾਰੀ ਪਛਾਣੀਏ ਤੇ ਭਾਵੇਂ ਅਸੀਂ ਆਮ ਆ, ਸਾਨੂੰ ਡਰ ਲੱਗਦਾ, ਅਸੀਂ ਨਹੀਂ ਬੋਲ ਸਕਦੇ, ਪਰ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਗੁਰੂ ਦਾ ਸਿਰ ਤੇ ਹੱਥ, ਜਦੋਂ ਸਾਡੇ ਅੰਦਰ ਇਹ ਭਾਵਨਾ ਸਾਨੂੰ ਪਤਾ ਲੱਗੂ, ਅਹਿਸਾਸ ਹੋ ਵੀ ਗੁਰੂ ਸਾਡੇ ਅੰਗ ਸਦਾ ਅੰਗ ਸੰਗੇ ਭੰਗੰ ਵਿਭੂਤੇ, ਫਿਰ ਜਾ ਕੇ ਸਾਡੇ ਅੰਦਰ ਇਹ ਜੁਰਤ ਪੈਦਾ ਹੋਊ ਸੱਚ ਨੂੰ ਸੱਚ ਕਹਿਣ ਦੀ। ਤੇ ਅਸੀਂ ਗੁਰੂ ਦੇ ਥਾਪੜੇ ਦੇ ਸਿਰ ਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਸਦਕਾ ਅਸੀਂ ਆਮ ਸਿੱਖ ਇਹਨਾਂ ਲੋਕਾਂ ਤੋਂ ਡਰਨ ਦੀ ਬਜਾਏ ਆਪਾਂ ਬੋਲੀਏ, ਕਿਉਂਕਿ ਜਿਹਦੇ ਸਿਰ ਤੇ ਗੁਰੂ ਦਾ ਹੱਥ ਹੋਵੇ ਫਿਰ ਉਹਨੂੰ ਕੋਈ ਵੀ ਰੋਕ ਨਹੀਂ ਸਕਦਾ। ਸੋ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਕਿਸੇ ਨੂੰ ਵੀ ਪੰਥਕ ਦੀ ਸ਼ਰਨ ਦੇ ਵਿੱਚ ਲਿਆਉਣ ਤੋਂ ਪਹਿਲਾਂ ਉਹਨੂੰ ਪੂਰਾ ਟਣਕਾਓ, ਉਹਨੂੰ ਪੂਰਾ ਪੁੱਛੋ, ਉਹਦੀ ਜਵਾਬਦੇਹੀ ਹੋਣੀ ਚਾਹੀਦੀ, ਸਜ਼ਾ ਦਾ ਹੱਕਦਾਰ ਹੋਣਾ ਚਾਹੀਦਾ, ਜਿਹੜੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਫਿਰ ਆਵੇ। ਸੋ ਸੰਗਤ ਜੀ ਨੇ ਬੇਨਤੀਆਂ ਪ੍ਰਵਾਨ ਕਰਨੀਆਂ। ਕੋਈ ਗਲਤੀ, ਕਿਉਂਕਿ ਜਜ਼ਬਾਤੀ ਜ਼ਿਆਦਾ ਹੋ ਜਾਂਦੇ ਆ, ਕੁਛ ਗੱਲਾਂ ਵਿਦਵਾਨ ਲੋਕ ਕਹਿ ਦਿੰਦੇ ਨੇ ਇਹ ਗੱਲਾਂ ਚੰਗੀਆਂ ਨਹੀਂ, ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ। ਸੋ ਇਸ ਤਰ੍ਹਾਂ ਕਈ ਵਾਰੀ ਜਜ਼ਬਾਤੀ ਲੋਕਾਂ, ਕਿਉਂਕਿ ਸਿੱਖ ਜੇ ਜਜ਼ਬਾਤ ਹੀ ਨਹੀਂ, ਸਿੱਖ ਦੇ ਅੰਦਰ ਗੁਰੂ ਪ੍ਰਤੀ ਜਜ਼ਬਾ ਹੀ ਨਹੀਂ, ਤਾਂ ਸਿੱਖੀ ਵੀ ਕਾਹਦੀ ਫਿਰ। ਸੋ ਬੋਲਿਆ ਜਾਂਦਾ। ਜੇ ਕੋਈ ਗਲਤ ਗੱਲ ਕਹੀ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।